ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਮੈਂ ਆਪ ਸਭ ਦਾ ਸਵਾਗਤ ਕਰਦਾ ਔਰ ਇਸ ਦੇ ਨਾਲ ਅਸੀਂ ਪ੍ਰਾਰਥਨਾ ਵਿੱਚ ਜਾਂਦੇ। ਦਇਆਲੂ ਪ੍ਰਭੂ, ਮੈਂ ਆਪ ਦਾ ਧੰਨਵਾਦ, ਆਪ ਦੀ ਮਹਿਮਾ, ਆਪ ਦੀ ਵਡਿਆਈ ਕਰਦਾ। ਆਪ ਨੇ ਅੱਜ ਦਾ ਦਿਨ ਸਾਨੂੰ ਦਿੱਤਾ ਹੈ। ਇਸ ਦਿਨ ਵਿੱਚ ਤੇਰੀ ਵਡਿਆਈ, ਤੇਰੀ ਮਹਿਮਾ ਹੋਵੇ ਔਰ ਤੇਰਾ ਹੀ ਨਾਮ ਉੱਚਾ ਹੋਵੇ। ਤੂੰ ਸਾਡੇ ਵਿੱਚ ਵਧੇ ਤੇ ਅਸੀਂ ਘਟੀਏ, ਇਹ ਹੋਣ ਦੇ ਲਈ ਵੀ ਪਰਮੇਸ਼ਰ ਮਦਦ। ਜੋ ਵੀ ਵਚਨ ਅਸੀਂ ਤੇਰੇ ਕੋਲ ਸਿੱਖਦੇ ਹਾਂ ਉਸ ਨੂੰ ਸਿੱਖਣ ਦੇ ਲਈ ਔਰ ਉਸ ਦੇ ਅਨੁਸਾਰ ਜੀਵਨ ਬਤੀਤ ਕਰਨ ਦੇ ਲਈ ਸਾਡੀ ਮਦਦ ਕਰ, ਤਾਂ ਕਿ ਤੇਰੀ ਜਿਉਂਦੀ ਆਸ ਦੇ ਵਿੱਚ ਤੇਰੇ ਵਚਨ ਦੇ ਨਾਲ ਬਣੇ। ਅਜਿਹਾ ਹੋਣ ਦੇ ਲਈ ਸਾਡੀ ਸਹਾਇਤਾ ਕਰ। ਸਭ ਕੁਝ ਮੰਗਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਚਨ ਦਾ ਭਾਗ ਲਿਆ ਹੈ ਉਹ ਲਿਆ ਹੈ ਰੂਤ ਦੀ ਪੁਸਤਕ, ਉਸ ਦਾ 2 ਅਧਿਆਇ, ਉਸ ਦੀ 2 ਆਇਤ। ਇੱਥੇ ਲਿਖਿਆ ਹੈ, ਸੋ ਮੋਆਬਣ ਰੂਤ ਨੇ ਨੁਆਮੀ ਨੂੰ ਆਖਿਆ, ਮੈਨੂੰ ਪ੍ਰਵਾਨਗੀ ਦੇਵੀਂ ਤਾਂ ਮੈਂ ਪੈਲੀਆਂ ਵਿੱਚ ਜਾਵਾਂ ਅਤੇ ਜਿਹਦੀ ਨਿਗਾਹ ਵਿੱਚ ਮੈਂ ਕਿਰਪਾ ਪਾਵਾਂ ਉਹਦੇ ਮਗਰ ਸਿੱਲਾ ਚੁੱਗ ਲਾਵਾਂ। ਉਹ ਉਸ ਨੂੰ ਬੋਲੀ, ਜਾ ਮੇਰੀਏ ਧੀਏ। ਇਸ ਦਾ ਜੋ ਮੈਂ ਮੁੱਖ ਵਿਸ਼ਾ ਲਿਆ ਹੈ, ਪਰਮੇਸ਼ਰ ਦੇ ਬੁਲਾਹਟ ਦੇ ਅਨੁਸਾਰ ਜੀਵਨ ਬਤੀਤ ਕਰਨਾ। ਪਰਮੇਸ਼ਰ ਦੀ ਬੁਲਾਹਟ ਦੇ ਅਨੁਸਾਰ ਜੀਵਨ ਬਤੀਤ ਕਰਨਾ। ਮੈਂ ਇੱਥੇ ਰੂਤ ਦੇ ਜੀਵਨ ਦੇ ਬਾਰੇ ਕੁਝ ਗੱਲਾਂ ਆਪ ਦੇ ਨਾਲ ਕਰਾਂਗਾ। ਮੈਂ ਜਦੋਂ ਇਸ ਰੂਤ ਦੇ ਚੈਪਟਰ ਦਾ ਅਧਿਐਨ ਕਰ ਰਿਹਾ ਸਾਂ, ਤਦ ਮੈਂ ਜੋ ਇਸ ਦੀ ਪਿਛਲੀ ਪ੍ਰਿਸ਼ਠ ਭੂਮੀ ਦੇ ਵਿੱਚ ਜਾਂਦਾ ਹਾਂ ਤਾਂ ਮੈਂ ਦੇਖਦਾ ਹਾਂ ਕਿ ਰੂਤ ਦੀ ਸੱਸ ਨੁਆਮੀ, ਜਿਨ੍ਹਾਂ ਦੇ ਪਤੀ ਆਪਣੇ ਆਪ ਦੇ ਵਿੱਚ ਪਰਮੇਸ਼ਵਰ ਤੋਂ ਦੂਰ ਹੋ ਕੇ ਇਸ ਦੁਨੀਆ ਤੋਂ ਖਤਮ ਹੋ ਗਏ ਸੀ। ਨੁਆਮੀ ਦਾ ਜਿਹੜਾ ਮਾਲਕ ਸੀ ਉਸ ਦਾ ਨਾਂ ਸੀ ਅਲੀਮੇਲਕ। ਉਹਦੇ ਦੋਵਾਂ ਪੁੱਤਰਾਂ ਦਾ ਨਾਮ ਮਹਿਲੋਨ ਅਤੇ ਕਿਲਿਓਨ ਸੀ ਅਤੇ ਬੈਤਲਹਮ ਯਹੂਦਾ ਇਫਰਾਥੀ ਸਨ। ਸੋ ਉਹ ਮੁਆਬ ਦੇਸ਼ ਵਿੱਚ ਆਣ ਕੇ ਉੱਥੇ ਰਹੇ। ਇਹ ਘਟਨਾ ਜਦੋਂ ਅਸੀਂ ਵੇਖਦੇ ਹਾਂ ਕਿ ਜਿਹੜਾ ਇਸਰਾਇਲ ਸੀ ਉਹ ਪਰਮੇਸ਼ਵਰ ਦਾ ਘਰ ਸੀ, ਬੈਤਲਹਮ ਪ੍ਰਭੂ ਦੇ ਰੋਟੀ ਦਾ ਘਰ ਸੀ, ਇਹ ਉਸ ਨੂੰ ਛੱਡ ਕੇ ਮੁਆਬ ਦੇਸ਼ ਵਿੱਚ ਚਲੇ ਗਏ। ਮੁਆਬ ਦੇਸ਼ ਪਾਪ ਦਾ ਘਰ, ਜਿਸ ਨੂੰ ਪਾਪ ਦਾ ਨਗਰ ਵੀ ਕਿਹਾ ਗਿਆ ਹੈ। ਪਿਆਰੇ ਅਜ਼ੀਜ਼, ਕਈ ਵਾਰ ਅਸੀਂ ਪ੍ਰਭੂ ਦੇ ਵਿੱਚ ਹੁੰਦਿਆਂ ਹੋਇਆਂ ਅਜਿਹੇ ਫੈਸਲੇ ਲੈ ਲੈਂਦੇ ਹਾਂ ਜਿਹਦੇ ਨਾਲ ਅਸੀਂ ਪ੍ਰਭੂ ਨੂੰ ਛੱਡ ਕੇ ਸੰਸਾਰ ਦੇ ਵਿੱਚ ਚਲੇ ਜਾਂਦੇ। ਸੰਸਾਰ ਦੇ ਵਿੱਚ ਜਾਣਾ ਸਾਡੇ ਲਈ ਸਭ ਤੋਂ ਨਿੰਦਾਜਨਕ ਅਤੇ ਸ਼ਰਮਨਾਕ ਗੱਲ ਹੈ ਇੱਕ ਵਿਸ਼ਵਾਸੀ ਦੇ। ਐਲੀਮੇਲਕ ਇੱਕ ਸਮਝਦਾਰ ਵਿਅਕਤੀ, ਇੱਕ ਪ੍ਰਭੂ ਦਾ ਚੁਣਿਆ ਹੋਇਆ ਜਨ ਸੀ, ਜਿਸ ਨੇ ਆਪਣੇ ਜੀਵਨ ਦੇ ਵਿੱਚ ਜਦੋਂ ਕਸ਼ਟ ਆਇਆ, ਕਲੇਸ਼ ਆਇਆ, ਤਾਂ ਪ੍ਰਭੂ ਨੂੰ ਛੱਡ ਕੇ ਉਹ ਮੁੜ ਸੰਸਾਰ ਦੇ ਵਿੱਚ ਚਲਾ ਗਿਆ, ਜਿੱਥੇ ਉਹ ਅਤੇ ਉਹਦਾ ਆਪਣੇ ਆਪ ਦਾ ਵੰਸ਼ ਖਤਮ ਹੋ ਗਿਆ। ਮੇਰਾ ਕਹਿਣ ਦਾ ਭਾਵ ਧਿਆਨ ਨਾਲ ਸੁਣ ਲੈਣਾ, ਵੰਸ਼ ਖਤਮ ਹੋ ਗਿਆ। ਜਦੋਂ ਅਸੀਂ ਪ੍ਰਭੂ ਦੇ ਵਿੱਚ ਹੋ ਕੇ ਪ੍ਰਭੂ ਨੂੰ ਛੱਡ ਕੇ ਸੰਸਾਰ ਅਤੇ ਸੰਸਾਰ ਦੀਆਂ ਗੱਲਾਂ ਦੇ ਪਿੱਛੇ ਭੱਜ ਪੈਂਦੇ ਹਾਂ, ਤਦ ਸਾਡੇ ਜੀਵਨ ਦੇ ਵਿੱਚ ਪ੍ਰਭੂ ਦੀ ਜੋ ਕਿਰਪਾ ਹੈ ਉਹਦੀ ਨਿਗਾਹ ਸਾਡੇ ਤੋਂ ਦੂਰ ਹੋ ਗਈ। ਪਰ ਮੈਂ ਸਮਝਦਾ ਹਾਂ ਜਦੋਂ ਇਸ ਗੱਲ ਦਾ ਨੁਆਮੀ ਨੂੰ ਆਪਣੇ ਜੀਵਨ ਦੇ ਵਿੱਚ ਅਹਿਸਾਸ ਹੋਇਆ, ਤਦ ਉਹਨੇ ਫੈਸਲਾ ਲਿਆ ਕਿ ਮੈਂ ਮੁੜ ਆਪਣੇ ਉਸ ਨਗਰ ਵਿੱਚ ਜਾਵਾਂਗੀ ਜਿੱਥੋਂ ਮੈਂ ਆਈ ਸੀ, ਕਿਉਂਕਿ ਉਹ ਭਰਪੂਰੀ ਦਾ ਨਗਰ ਸੀ, ਉਹ ਪਰਮੇਸ਼ਵਰ ਦੀ ਭਗਤੀ ਦਾ ਸ਼ਹਿਰ ਸੀ ਅਤੇ ਉਹ ਪਰਮੇਸ਼ਵਰ ਦਾ ਚੁਣਿਆ ਹੋਇਆ ਨਗਰ ਸੀ ਅਤੇ ਉੱਥੇ ਪਰਮੇਸ਼ਵਰ ਦੇ ਚੁਣੇ ਹੋਏ ਲੋਕ ਸਨ। ਉਹਨਾਂ ਨੂੰ ਛੱਡ ਕੇ ਉਹ ਦੂਰ ਗਈ ਸੀ ਤੇ ਉਹਨਾਂ ਦੇ ਵਿੱਚ ਵਾਪਸ ਆਉਣ ਦਾ ਫੈਸਲਾ ਲਿਆ। ਉੱਥੇ 2 ਉਸ ਦੀਆਂ ਜਿਹੜੀਆਂ ਨੂੰਹਾਂ ਸੀ, ਉਹਨਾਂ ਨੂੰ ਵੀ ਉਸਨੇ ਆਜ਼ਾਦੀ ਦਿੱਤੀ ਕਿ ਤੁਸੀਂ ਵੀ ਅਗਰ ਕਿਤੇ ਜਾਣਾ ਚਾਹੁੰਦੀਆਂ ਹੋ ਜਾ ਸਕਦੀਆਂ, ਹੋਰ ਪਤੀ ਕਰਨਾ ਚਾਹੁੰਦੀਆਂ ਕਰ ਸਕਦੀਆਂ, ਪਰ ਮੈਂ ਆਪਣੇ ਦੇਸ਼, ਆਪਣੇ ਲੋਕਾਂ ਵਿੱਚ ਮੁੜ ਗਈ। ਉਹਨਾਂ ਵਿੱਚੋਂ ਇੱਕ ਮੁਆਬਣ ਰੂਤ ਨੇ ਨੁਆਮੀ ਦੇ ਪਿੱਛੇ ਚੱਲਣ ਦਾ ਫੈਸਲਾ ਲਿਆ। ਇੱਕ ਮੁਆਬਣ ਰੂਤ ਨੇ ਚੱਲਣ ਦਾ ਫੈਸਲਾ ਲਿਆ।
मैं कई बार समझदा हाँ कि जदों असी मसीह दे विच आ जांदे हां अनबलीवर लोग मतलब कि पराइयां कौमां दे विच तां कई लोग कहंदे आ कि सानू अपना नाम बदल लेना चाहिए, साडे नाल इदां होना चाहिए, आ होना चाहिए। पर मैं इस नूं गलत समझदा हां। इत्थे रूत मुआबड़ सी, उस दा नाम नहीं बदलिया गया। जदों यहोशू ए नगर दे विच अपना उन्होंने बढ़ना सी, उन्होंने जितना सी, तो असी देखते हैं उत्थे वेश्या रहाब ਉਹਦਾ भी जिक्र बाइबल ਦੇ ਵਿੱਚ ਯਿਸੂ मसीह की उस वंशावली ਦੇ ਵਿੱਚ ਆਉਂਦਾ, ਉਹਦਾ भी नाम नहीं बदलिया। प्यारे असी साडे जीवन ਦੇ हर एक ਕਰਤੱਵ जो असी परमेश्वर ਦੇ ਨਾਲ हो के करते हैं वो साडे ਵਿੱਚ प्रगट ਹੁੰਦੇ ਆ, वो साडे ਵਿੱਚ ਜ਼ਾਹਿਰ ਹੁੰਦੇ ਆ। साडे नाम बदलण ਨਾਲ नहीं, साडे ਕੰਮ ਦੇ ਨਾਲ, साडी बोल बाणी ਦੇ ਨਾਲ, साडी चाल ढाल ਦੇ ਨਾਲ, साडे बदलाव ਦੇ ਨਾਲ साडे जीवन दे विचों पता लग जाता है कि असी परमेश्वर की संतान हाँ या नहीं। कई बार असी अपने संतान नूं, अपने नाम नूं बदल के असी ये शो करना चाहते हैं असी मसीही। मसीही साडे बोल बाणी दे नाल, काम कार दे नाल, विश्वास की मजबूती दे नाल पता लगता है कि असी विश्वासी। जदों रूत दे जीवन दे विच बुलाहट होई ਤਾਂ ਉਹ ਉਹਦੀ ਸੱਸ ਨੁਆਮੀ ਨੂੰ ਦੇਖ ਕੇ ਹੋਈ। ਉਹਦਾ फैसला जो अटल सी और ਉਹਨੇ जो ਇਸਰਾਇਲ ਦੇ ਬਾਰੇ ਸੁਣਿਆ ਸੀ, जो ਇਸਰਾਇਲ ਦੇ ਲੋਕਾਂ ਦੇ ਬਾਰੇ ਸੁਣਿਆ ਸੀ, जो ਇਸਰਾਇਲ ਦੇ ਪਰਮੇਸ਼ਰ ਬਾਰੇ ਸੁਣਿਆ ਸੀ, ਉਸ ਨੂੰ ਸੁਣ ਕੇ ਹੀ ਉਸਨੇ ਇੱਕ ਦ੍ਰਿੜ ਫੈਸਲਾ ਆਪਣੇ ਜੀਵਨ ਦੇ ਵਿੱਚ ਲਿਆ। ਬਾਈਬਲ ਦੇ ਵਿੱਚ ਮੈਂ ਇੱਕ ਵਚਨ ਪੜ੍ਹਨਾ ਚਾਹੁੰਦਾ ਹਾਂ। ਜਦੋਂ ਅਸੀਂ ਰੋਮੀਆਂ ਦੀ ਪੁਸਤਕ ਉਸਦਾ 10 ਅਧਿਆਇ ਉਹਦੀ 17 ਆਇਤ ਪੜ੍ਹਦੇ ਹਾਂ ਤਾਂ ਉਸ ਵਿੱਚ ਪਰਮੇਸ਼ਰ ਦਾ ਵਚਨ ਐਉਂ ਕਹਿੰਦਾ ਹੈ ਸੋ ਪ੍ਰਤੀਤ ਸੁਣਨ ਅਤੇ ਸੁਣਨਾ ਮਸੀਹ ਦੇ ਵਚਨ ਤੋਂ ਆਉਂਦਾ ਹੈ। ਉਹਨੇ ਇਸ ਬਾਰੇ ਸੁਣਿਆ ਹੋਏਗਾ, ਉਸਨੇ ਇਸ ਦੇ ਬਾਰੇ ਜਾਣਿਆ ਹੋਏਗਾ, ਇਸ ਕਰਕੇ ਉਸਨੇ ਆਪਣੀ ਸੱਸ ਨੁਆਮੀ ਦੇ ਨਾਲ ਉਸ ਬੁਲਾਹਟ ਦੇ ਵਿੱਚ ਇੱਕ ਚੱਲਣ ਦਾ ਪੱਕਾ ਅਤੇ ਦ੍ਰਿੜ ਨਿਸ਼ਚੈ ਲਿਆ। और इत्थे असी देखते हैं वो नीचे की सीगा। जदों 16 आयत पढ़ते हैं एक दी किता लिखा, पर रूत बोली मेरे अगे तरले ना पा जो मैं तैनू इकल्लियां छड्डां अते मगरों मुड़ा, क्यों जो जिथे तू जावेगी उत्थे ही मैं जावांगी, जिथे तू रहेगी उत्थे मैं रहांगी। तेरे लोक मेरे लोक अते तेरा परमेश्वर मेरा परमेश्वर होवेगा। वंडरस थिंग। रूत की एक महान विचारधारा इत्थे सानू नज़र आ रही है और उस बुलाहट दे विच उसका एक दृढ़ निश्चय सानू नज़र आ रहा है। अज बहुत सारे लोग कहते हैं कि असी प्रभु दे विच आए हैं, असी अपना इदां करांगे, आ करांगे, पर उन्हां दे विच ये चीज़ां लभदियां नहीं, वो चीज़ां मिलदियां नहीं। इत्थे मैं रूत नूं नुआमी बुलाहट दे अनुसार अपनी सस दे प्रति वफादार अते आग्याकार जीवन दे विच चलदियां होइयां वेखिया है। और जदों असीं बुलाहट दे अनुसार इस तरह करते हैं, इस तरह चलते हैं, इस एक एक कदम दे विच तां परमेश्वर सानू उस स्थान दे उत्ते पहुंचा दिंदा है जिस स्थान दे विच आदर सत्कार अते परमेश्वर दी बख्शिश मेरे जीवन लई रखी हुई है। पर उस दे अनुसार जे मैं चलना तां मेरे जीवन दे विच है। जे मैं उस तरह नहीं चलता हाँ, जे मैं अपना जीवन उस तरह नहीं बतीत करता तो मेरे जीवन दे विच होर है नहीं। इत्थे अपना रूत ने अपनी सस नुआमी नूं आख्या मैनू प्रवानगी दे तां मैं पैड़ियां विच जावां, जेदी निगाह विच मैं किरपा पावां, जेदी निगाह विच। ਇਹਦਾ मतलब परमेश्वर की निगाह दे विच किरपा। जदों असी बुलाहट के अनुसार अपना जीवन बतीत करना शुरू कर देंगे हाँ, बुलाहट के अनुसार असी अपने झुंड के पिछे चलना शुरू कर देंगे हाँ, तो असी सब तो पहला परमेश्वर की किरपा अपने जीवन में देखते हैं जिद्दां रूत ने लिखी। सिला चुगण जाना आत्मिक संतुष्टि नूं दसदा है अते परमेश्वर की बरकत नूं जो मेरे जीवन में है उस नूं दसदा है। ये बड़ी मतलब कि गंभीर और बड़ी गहरी गल है जिहड़ी असीं इत्थों देखते हैं।
ਜੇ ਤੁਸੀਂ ਵਿਅਕਤੀਗਤ ਤਰੀਕੇ ਦੇ ਨਾਲ ਰੂਤ ਦੇ ਜੀਵਨ ਦਾ ਅਧਿਐਨ ਕਰੋ ਤਾਂ ਤੁਹਾਨੂੰ ਇਹ ਬਹੁਤ ਕੁਝ ਇਸ ਦੇ ਵਿੱਚੋਂ ਮਿਲੇਗਾ। ਬਹੁਤ ਸਾਰੀਆਂ ਇਹੋ ਜਿਹੀਆਂ ਆਤਮਿਕ ਸੰਤੁਸ਼ਟੀ ਦੀਆਂ ਗੱਲਾਂ ਤੁਹਾਨੂੰ ਮਿਲਣਗੀਆਂ ਜਿਹੜੀਆਂ ਤੁਹਾਨੂੰ ਪ੍ਰਭੂ ਯਿਸੂ ਮਸੀਹ ਦੇ ਵਿੱਚ ਜਿਉਂਦੀ ਆਸ ਦੇ ਵਿੱਚ ਮਜ਼ਬੂਤ ਕਰਨਗੀਆਂ ਅਤੇ ਇਸ ਧਰਤੀ ਦੇ ਵਿੱਚ ਇੱਕ ਮਜ਼ਬੂਤ ਜੀਵਨ ਜੀਣ ਦੇ ਲਈ ਤੁਹਾਡੀ ਸਹਾਇਤਾ ਕਰਨਗੀਆਂ। ਰੂਤ ਨੇ ਇੱਕ ਦ੍ਰਿੜ ਨਿਸ਼ਚੇ ਪਰਮੇਸ਼ਰ ਦੀ ਬੁਲਾਹਟ ਦੇ ਨਾਲ ਆਪਣੀ ਸੱਸ ਦੇ ਪਿੱਛੇ ਚੱਲਣ ਦਾ ਫੈਸਲਾ ਲਿਆ। ਸੱਸ ਦੇ ਪਿੱਛੇ ਚੱਲਣ ਦਾ ਫੈਸਲਾ, ਇੱਕ ਜਿਉਂਦੇ ਪਰਮੇਸ਼ਰ ਦੇ ਪਿੱਛੇ ਚੱਲਣ ਦਾ ਉਸਨੇ ਫੈਸਲਾ ਲਿਆ। ਉਸ ਜਿਉਂਦੇ ਪਰਮੇਸ਼ਰ ਦੇ ਪਿੱਛੇ ਚੱਲਣ ਦਾ ਫੈਸਲਾ ਲਿਆ ਜਿਹੜਾ ਨਾ ਤਾਂ ਕਦੇ ਬਦਲਦਾ ਹੈ, ਜਿਹੜਾ ਨਾ ਕਦੇ ਟਲਦਾ ਹੈ, ਜਿਹੜਾ ਯੁਗਾਂ ਦੀ ਇੱਕੋ ਜਿਹਾ ਹੈ। ਕਿੰਨੀ ਵੱਡੀ ਗੱਲ ਹੈ। ਅਸੀਂ ਇਹ ਰੂਤ ਮੁਆਬਣ ਦੇ ਜੀਵਨ ਦੇ ਵਿੱਚੋਂ ਦੇਖੀ, ਜਿਸ ਦਾ ਨਾਂ ਅੱਗੇ ਜਾ ਕੇ ਯਿਸੂ ਮਸੀਹ ਦੀ ਵੰਸ਼ਾਵਲੀ ਦੇ ਵਿੱਚ ਜੁੜਿਆ। ਵੰਡਰਸ। ਜੇ ਅਸੀਂ ਬੁਲਾਹਟ ਦੇ ਅਨੁਸਾਰ ਚੱਲਦੇ ਹਾਂ ਤਾਂ, ਜੇ ਅਸੀਂ ਬੁਲਾਹਟ ਦੇ ਅਨੁਸਾਰ ਖੜੇ ਹਾਂ ਤਾਂ, ਅਸੀਂ ਬੁਲਾਹਟ ਦੇ ਅਨੁਸਾਰ ਜੀਵਨ ਨੂੰ, ਕਈ ਕਹਿੰਦੇ ਆ ਬੁਲਾਹਟ ਮੈਨੂੰ ਹੋਈ ਪਰ ਬੁਲਾਹਟ ਦੇ ਅਨੁਸਾਰ ਚੱਲਦੇ ਨਹੀਂ। ਉਹਨਾਂ ਦਾ ਜੀਵਨ ਅੱਜ ਵੀ ਉਦਾਂ ਦਾ ਹੀ ਹੈ। ਉਹਨਾਂ ਦੇ ਜੀਵਨ ਦੇ ਵਿੱਚ ਅੱਜ ਵੀ ਗਿਰਾਵਟ ਹੈ। ਪਰ ਇੱਥੇ ਰੂਤ ਦੇ ਜੀਵਨ ਦੇ ਵਿੱਚ ਉਸ ਦੀ ਬੁਲਾਹਟ ਦੇ ਅਨੁਸਾਰ ਚੱਲਦਿਆਂ ਹੋਇਆਂ ਵੇਖਦੇ ਹਾਂ ਤਾਂ ਉਸ ਨੂੰ ਬਹੁਤ ਵੱਡਾ ਆਦਰ ਦਾ ਸਥਾਨ ਮਿਲਿਆ। ਇੱਕ ਪਾਪ ਦੇ ਕੂੜੇ ਦੇ ਢੇਰ ਚੋਂ ਚੱਕ ਕੇ ਇੱਕ ਪਰਮੇਸ਼ਰ ਦੀ ਸੰਤਾਨ ਦੇ ਵਿੱਚ, ਇੱਕ ਪਰਮੇਸ਼ਰ ਦੇ ਵੰਸ਼ ਦੇ ਵਿੱਚ ਜੁੜਨ ਦਾ ਉਸ ਨੂੰ ਭਾਗ ਮਿਲਿਆ ਹੈ। ਅੱਜ ਅਸੀਂ ਯਿਸੂ ਮਸੀਹ ਦੇ ਵਿੱਚ ਪਰਮੇਸ਼ਰ ਦੇ ਵੰਸ਼ ਦੇ ਵਿੱਚ ਜੁੜੇ ਹਾਂ। ਇੱਥੇ ਰੂਤ ਆਪਣੀ ਸੱਚ ਨੁਆਮੀ ਦੇ ਪਿੱਛੇ ਚੱਲ ਕੇ ਪਰਮੇਸ਼ਰ ਦੀ ਉਸ ਕਾਲ ਨੂੰ ਆਪਣੇ ਜੀਵਨ ਦੇ ਵਿੱਚ ਮਜ਼ਬੂਤ ਕਰਕੇ ਪਰਮੇਸ਼ਰ ਦੇ ਵੰਸ਼ ਵਿੱਚ ਜੁੜ ਗਈ ਹੈ। ਉਸ ਦਾ ਨਾਮ ਉਸ ਦੇ ਵਿੱਚ ਹੈ, ਉਸ ਲਾਈਨ ਦੇ ਵਿੱਚ ਹੈ। ਕੀ ਤੁਸੀਂ ਚਾਹੁੰਦੇ ਹੋ ਏਦਾਂ ਮੇਰਾ ਨਾਮ ਵੀ ਉਸ ਪਰਮੇਸ਼ਰ ਦੇ ਵੰਸ਼ ਦੇ ਵਿੱਚ ਜੁੜਿਆ ਰਹੇ, ਜੁੜਿਆ ਹੋਇਆ ਮਿਲੇ? ਮੇਰੇ ਪਿਆਰੇ ਅਜ਼ੀਜ਼, ਰੂਤ ਨੇ ਆਪਣੀ ਸੱਸ ਨੂੰ ਕਿਹਾ ਮੈਨੂੰ ਪੈੜੀਆਂ ਦੇ ਵਿੱਚ ਸਿੱਲਾ ਚੁਗਣ ਦੇ ਲਈ ਜਾਣਾ। ਸਿੱਲਾ ਚੁਗਣਾ ਇਹ ਚੰਗੀ ਗੱਲ ਨਹੀਂ ਸੀ, ਇਹ ਇੱਕ ਗਰੀਬੀ ਨੂੰ ਦਰਸਾਉਂਦੀ ਸੀ। ਇਹ ਇੱਕ ਆਪਣੀ ਗਰੀਬੀ ਦੇ ਵਿੱਚ ਆਪਣੇ ਪੇਟ ਪਾਲਣ ਨੂੰ ਸਿਖਾਉਂਦੀ ਸੀ। ਪਰ ਸਿੱਲਾ ਚੁਗਣਾ ਇੱਕ ਪਰਮੇਸ਼ਰ ਦੀ ਬਰਕਤ ਬਣ ਕੇ ਰੂਤ ਦੇ ਜੀਵਨ ਦੇ ਵਿੱਚ ਇੱਕ ਉੱਤਰਾਧਿਕਾਰੀ ਦੇ ਤੌਰ ਤੇ ਉਸਦੇ ਜੀਵਨ ਵਿੱਚ ਆਇਆ। ਮੇਰੇ ਪਿਆਰੇ ਅਜ਼ੀਜ਼, ਪਰਮੇਸ਼ਰ ਦੀ ਬੁਲਾਹਟ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਨਾ ਅਤੇ ਉਸ ਨੂੰ ਪ੍ਰਗਟ ਕਰਨਾ ਇਹ ਬਹੁਤ ਵੱਡੀ ਗੱਲ ਹੈ। ਮੈਂ ਯਾਦ ਕਰਦਾ ਹਾਂ ਜਦੋਂ ਪੌਲਸ ਰਸੂਲ ਅਤੇ ਬਰਨਾਬਾਸ ਨੂੰ ਕਲੀਸਿਆ ਦੇ ਵਿੱਚੋਂ ਅੱਡ ਕੀਤਾ ਗਿਆ, ਉਸ ਬੁਲਾਹਟ ਦੇ ਅਨੁਸਾਰ ਜਿਸ ਦੇ ਲਈ ਪਰਮੇਸ਼ਰ ਨੇ ਉਹਨਾਂ ਨੂੰ ਬੁਲਾਇਆ ਸੀ, ਜਾਓ ਜਾ ਕੇ ਪਰਾਈਆਂ ਕੌਮਾਂ ਦੇ ਵਿੱਚ ਮੇਰਾ ਸੁਸਮਾਚਾਰ ਸੁਣਾਓ। ਜਦੋਂ ਉਹਨਾਂ ਨੇ ਇਸ ਬੁਲਾਹਟ ਦੇ ਅਨੁਸਾਰ ਕੰਮ ਕੀਤਾ ਤਾਂ ਅੰਤ ਦੇ ਵਿੱਚ ਪੌਲਸ, ਜਦੋਂ ਅਸੀਂ ਦੂਸਰਾ ਤਿਮੋਥੀ 4:8 ਪੜ੍ਹਦੇ ਹਾਂ ਤਾਂ ਉੱਥੇ ਕਹਿੰਦਾ ਮੇਰੀ ਦੌੜ ਪੂਰੀ ਹੋ ਗਈ, ਮੈਂ ਆਪਣੀ ਦੌੜ ਮੁਕਾ ਛੱਡੀ ਹੈ। ਹੁਣ ਭਵਿੱਖ ਦੇ ਵਿੱਚ ਮੇਰੇ ਲਈ ਇੱਕ ਧਾਰਮਿਕਤਾ ਦਾ ਮੁਕਟ ਪਰਮੇਸ਼ਰ ਵੱਲੋਂ ਰੱਖਿਆ ਹੋਇਆ, ਸਿਰਫ ਮੇਰੇ ਲਈ ਨਹੀਂ, ਹਰ ਇੱਕ ਉਸ ਵਿਅਕਤੀ ਦੇ ਲਈ ਜਿਸ ਨੂੰ ਪਰਮੇਸ਼ਰ ਨੇ ਬੁਲਾਇਆ ਹੈ ਅਤੇ ਉਸ ਬੁਲਾਹਟ ਦੇ ਅਨੁਸਾਰ ਜਦੋਂ ਜੀਵਨ ਬਤੀਤ ਕਰਦਾ ਹੈ ਤਾਂ ਪਰਮੇਸ਼ਰ ਨੂੰ ਉਹ ਦਿੰਦਾ। ਮੇਰੇ ਅਤੇ ਆਪ ਦੇ ਲਈ ਵੀ ਇਹ ਬੁਲਾਹਟ ਦੇ ਵਿੱਚ ਇੱਕ ਪਰਮੇਸ਼ਰ ਨੇ ਧਾਰਮਿਕਤਾ ਦਾ ਮੁਕਟ ਰੱਖਿਆ ਹੈ। ਰੂਤ ਜਿਸ ਨੇ ਬੁਲਾਹਟ ਦੇ ਅਨੁਸਾਰ ਚੱਲਣਾ ਸ਼ੁਰੂ ਕੀਤਾ ਔਰ ਪਰਮੇਸ਼ਰ ਦੀ ਕਿਰਪਾ ਦੀ ਨਿਗਾਹ ਉਸ ਦੇ ਉੱਤੇ ਹੋਈ ਔਰ ਉਹ ਕਿਰਪਾ ਦੀ ਨਿਗਾਹ ਉਸ ਖੇਤ ਦੇ ਵਿੱਚ ਜਾ ਕੇ ਹੋਈ ਜਿੱਥੇ ਪਰਮੇਸ਼ਰ ਨੇ ਉਸ ਰੂਤ ਮੁਆਬਣ ਨੂੰ ਪਰਮੇਸ਼ਰ ਦੇ ਵੰਸ਼ ਵਿੱਚ ਜੋੜ ਦਿੱਤਾ, ਭਾਵ ਉਸ ਦਾ ਬੋਆਜ਼ ਦੇ ਨਾਲ ਰਿਸ਼ਤਾ ਜੋੜ ਦਿੱਤਾ ਔਰ ਬੋਆਜ਼ ਉਹਨਾਂ ਦਾ ਛੁਟਕਾਰੇ ਦਾ ਵਿਚੋਲਾ ਬਣ ਗਿਆ, ਉਹਦੀ ਸੱਚ ਦਾ ਤੇ ਉਹਨਾਂ ਦਾ। ਅੱਜ ਮੇਰੇ ਪਿਆਰੇ ਅਜ਼ੀਜ਼, ਜਿਹੜੇ ਇਸੇ ਤਰ੍ਹਾਂ ਪਰਮੇਸ਼ਰ ਦੇ ਪਿੱਛੇ ਚੱਲਣ ਦਾ ਜਿਸ ਤਰ੍ਹਾਂ ਰੂਤ ਨੇ ਫੈਸਲਾ ਲਿਆ
ਚੱਲਣ ਦਾ ਫੈਸਲਾ ਲੈਂਦੇ ਆ, ਪਰਮੇਸ਼ਰ ਉਹਨਾਂ ਦੇ ਜੀਵਨ ਦੇ ਵਿੱਚ, ਚਾਹੇ ਉਹ ਕਿਹੋ ਜਿਹੀ ਪਰਿਸਥਿਤੀ ਦੇ ਵਿੱਚੋਂ ਵੀ ਹੋ ਕੇ ਨਿਕਲ ਕੇ ਆ ਰਹੇ, ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਦੇ ਵਿੱਚ ਪਹੁੰਚਾਉਣ ਦੇ ਲਈ, ਇੱਕ ਆਦਰ ਦੇ ਸਥਾਨ ਦੇ ਉੱਤੇ ਉਹਨਾਂ ਨੂੰ ਲੈ ਕੇ ਜਾਣ ਦੇ ਲਈ ਉਹਨਾਂ ਦਾ ਮਾਰਗਦਰਸ਼ਨ ਕਰਦਾ, ਜਿਸ ਤਰ੍ਹਾਂ ਉਸਨੇ ਰੂਤ ਦਾ ਕੀਤਾ ਅਤੇ ਰੂਤ ਨੂੰ ਇੱਕ ਅਜਿਹੇ ਆਦਰ ਦੇ ਸਥਾਨ ਦੇ ਉੱਤੇ ਪਹੁੰਚਾ ਦਿੱਤਾ ਜਿਹੜਾ ਆਵਾਜ਼, ਜਿਸ ਆਵਾਜ਼ ਦੇ ਨਾਲ ਵਿਆਹੀ ਗਈ, ਉਹ ਅੱਗੇ ਜਾ ਕੇ ਜੱਸੀ ਦਾ ਪੁੱਤਰ, ਜੱਸੀ ਤੋਂ ਦਾਊਦ ਪੈਦਾ ਹੋਇਆ, ਔਰ ਦਾਊਦ ਦੇ ਕੋਲ ਤੋਂ ਯਿਸੂ ਮਸੀਹ ਪੈਦਾ ਹੋਇਆ, ਉਸ ਵੰਸ਼ ਵਿੱਚ ਗਿਣੀ ਗਈ। ਕਿੰਨਾ ਆਦਰ ਅਤੇ ਸਤਿਕਾਰ ਦਾ ਸਥਾਨ ਪਰਮੇਸ਼ਵਰ ਨੇ ਰੂਤ ਦੇ ਜੀਵਨ ਦੇ ਵਿੱਚ। ਰੂਤ ਨੇ ਨਾਮ ਨਹੀਂ ਬਦਲੇ, ਨਾ ਉਸ ਵੇਸ਼ਿਆ ਨੇ ਨਾ ਬਦਲੇ। ਨਾਮ ਬਦਲਣ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਬਦਲਾਵ ਨਹੀਂ। ਜਦੋਂ ਅਸੀਂ ਪਰਮੇਸ਼ਰ ਵਿੱਚ ਚੱਲਣ ਦਾ ਦ੍ਰਿੜ ਨਿਸ਼ਚਾ ਕਰ ਲੈਂਦੇ ਹਾਂ, ਪਰਮੇਸ਼ਰ ਦੇ ਵਿੱਚ ਚੱਲਣ ਦਾ ਇੱਕ ਦ੍ਰਿੜ ਫੈਸਲਾ ਕਰ ਲੈਂਦੇ ਹਾਂ, ਤਦ ਪਰਮੇਸ਼ਰ ਸਾਨੂੰ ਕੂੜੇ ਦੇ ਢੇਰ ਤੋਂ ਚੁੱਕ ਕੇ ਵੀ ਆਦਰ ਦੇ ਸਥਾਨ ਦੇ ਉੱਤੇ ਪਹੁੰਚਾਉਂਦਾ। ਪਰਮੇਸ਼ਰ ਨੇ ਸਾਨੂੰ ਜਿਸ ਅਵਸਥਾ ਦੇ ਵਿੱਚ ਚੁਣਿਆ ਹੈ, ਉਸ ਅਵਸਥਾ ਦੇ ਵਿੱਚੋਂ ਹੀ ਉਹ ਪਰਮੇਸ਼ਰ ਸਾਨੂੰ ਉੱਚਾ ਕਰਦਾ। ਮੇਰਾ ਨਾਮ ਜਗਦੇਵ ਕੁਮਾਰ ਹੈ, ਮੈਂ ਬਦਲਿਆ ਨਹੀਂ ਆਪਣਾ ਨਾਮ। ਅੱਜ ਵੀ ਮੈਨੂੰ ਲੋਕ ਆਪਣਾ ਇਸ ਨਾਮ ਦੇ ਵਿੱਚ ਜਾਣਦੇ, ਔਰ ਜਾਣਦੇ ਆ ਕਿ ਇਹ ਯਿਸੂ ਮਸੀਹ ਦਾ ਭਗਤ ਹੈ। ਨਾਮ ਬਦਲਣ ਦੇ ਨਾਲ ਨਹੀਂ, ਮੇਰੇ ਬੋਲ ਬਾਣੀ ਦੇ ਨਾਲ, ਮੇਰੀ ਚਾਲ ਢਾਲ ਦੇ ਨਾਲ, ਮੇਰੇ ਦੇਖਣ ਦੇ ਨਾਲ, ਮੇਰੇ ਪ੍ਰਚਾਰ ਕਰਨ ਦੇ ਨਾਲ ਲੋਕ ਜਾਣਦੇ ਹੈ ਕਿ ਇਹ ਭਾਈ ਜਿਹੜਾ ਹੈ, ਇਹ ਚੁਣਿਆ ਹੋਇਆ ਭਾਈ ਹੈ, ਇਹ ਯਿਸੂ ਮਸੀਹ ਦਾ ਚੇਲਾ ਹੈ। ਇਹ ਬੁਲਾਹਟ ਦੇ ਅਨੁਸਾਰ, ਜਿਸ ਬੁਲਾਹਟ ਦੇ ਵਿੱਚ ਪਰਮੇਸ਼ਰ ਨੇ ਇਹਨੂੰ ਬੁਲਾਇਆ, ਉਸ ਬੁਲਾਹਟ ਦੇ ਵਿੱਚ ਜਾ ਕੇ ਅੱਜ ਵੀ ਪਰਮੇਸ਼ਰ ਦਾ ਕੰਮ ਕਰ ਰਿਹਾ। ਮੇਰੇ ਪਿਆਰੇ ਅਜ਼ੀਜ਼, ਜੇ ਪਰਮੇਸ਼ਰ ਨੇ ਆਪ ਨੂੰ ਵੀ ਪਾਪੀਆਂ ਦੇ ਵਿੱਚੋਂ ਚੁਣਿਆ ਹੈ, ਚਾਹੇ ਜਿਸ ਵੀ ਅਵਸਥਾ 'ਚ, ਚਾਹੇ ਅਸੀਂ ਸਿੱਖੀ ਦੇ ਵਿੱਚੋਂ, ਚਾਹੇ ਕਿਸੇ ਵੀ ਕੌਮ ਦੇ ਵਿੱਚੋਂ, ਨਾਮ ਬਦਲਣ ਦੇ ਨਾਲ ਅਸੀਂ ਪਰਮੇਸ਼ਰ ਦੀ ਸੰਤਾਨ ਨਹੀਂ ਬਣਨਾ ਹੈ। ਪ੍ਰਭੂ ਨੂੰ ਸਵੀਕਾਰ ਕਰਨ ਦੇ ਨਾਲ, ਉਸ 'ਤੇ ਚੱਲਣ ਦੇ ਅਨੁਸਾਰ, ਉਸ ਦੀ ਆਗਿਆਕਾਰੀਤਾ ਨੂੰ ਪੂਰਾ ਕਰਨ ਦੇ ਨਾਲ ਅਸੀਂ ਪਰਮੇਸ਼ਰ ਦੀ ਸੰਤਾਨ ਬਣਨਾ। ਇਸ ਲਈ ਪਰਮੇਸ਼ਰ ਦੀ ਬੁਲਾਹਟ ਮੇਰੇ ਜੀਵਨ ਦੇ ਵਿੱਚ ਮੈਨੂੰ ਆਦਰ ਦੇ ਸਤਿਕਾਰ ਦੇ ਸਥਾਨ ਦੇ ਉੱਤੇ ਪਹੁੰਚਾਉਂਦੀ ਹੈ। ਇਹੀ ਮੇਰਾ ਵਿਸ਼ਾ ਸੀ, ਇਹੀ ਮੈਂ ਆਪ ਨੂੰ ਸਿੱਖਿਆ ਦਿੱਤੀ। ਇਸ ਲਈ ਆਪਣੇ ਜੀਵਨ ਦੇ ਨਾਂ ਨੂੰ ਨਾ ਬਦਲੋ, ਆਪਣੇ ਜੀਵਨ ਦੇ ਵਿੱਚ ਪਾਪ ਦੀ ਜ਼ਿੰਦਗੀ ਨੂੰ ਬਦਲ ਕੇ ਧਾਰਮਿਕਤਾ ਦੀ ਜ਼ਿੰਦਗੀ ਦੇ ਵਿੱਚ ਆਓ, ਜਿੱਥੇ ਪਰਮੇਸ਼ਰ ਨੇ ਤੁਹਾਡੇ ਲਈ, ਭਵਿੱਖ ਦੇ ਲਈ ਜੀਵਨ ਦਾ ਮੁਕਤ ਤੁਹਾਡੇ ਲਈ ਧਾਰ ਕੇ ਰੱਖਿਆ। ਜੇ ਤੁਸੀਂ ਪਰਮੇਸ਼ਰ ਦੇ ਕੋਲੋਂ ਇਹ ਕਾਲ ਪਾਈ ਹੈ ਕਿ ਮੈਂ ਪਰਮੇਸ਼ਰ ਦੀ ਸੰਤਾਨ ਬਣਨਾ ਹੈ, ਤਾਂ ਅੱਜ ਹੀ ਮੌਕਾ ਹੈ। ਆਪਣੇ ਆਪ ਨੂੰ ਇਸ ਗੱਲ ਦੇ ਵਿੱਚ ਸਵੀਕਾਰ ਕਰੋ, ਪ੍ਰਭੂ ਤੂੰ ਮੇਰੇ ਲਈ ਮਾਰਿਆ ਗਿਆ, ਗੱਡਿਆ ਗਿਆ ਤੇ ਤੀਸਰੇ ਦਿਨ ਜੀ ਉੱਠਿਆ, ਤੂੰ ਹੁਣ ਮੇਰਾ ਪ੍ਰਭੂ ਹੈ। ਹੁਣ ਮੇਰਾ ਜੀਵਨ ਮੇਰਾ ਨਹੀਂ ਤੇਰਾ ਹੈ। ਜਿੱਦਾਂ ਰੂਤ ਨੇ ਕਿਹਾ, ਤੇਰੇ ਲੋਕ ਮੇਰੇ ਲੋਕ ਅਤੇ ਤੇਰਾ ਪਰਮੇਸ਼ਰ ਮੇਰਾ ਪਰਮੇਸ਼ਰ। ਉਹ ਬਦਲੀ ਨਹੀਂ, ਉਹ ਉਸੇ ਤਰ੍ਹਾਂ ਚੱਲਦੀ ਰਹੀ ਅਤੇ ਪਰਮੇਸ਼ਰ ਨੇ ਉਹਨੂੰ ਆਦਰ ਦਾ ਸਥਾਨ ਦੇ ਦਿੱਤਾ। ਬੁਲਾਹਟ ਦੇ ਅਨੁਸਾਰ ਚੱਲਣਾ, ਪਰਮੇਸ਼ਰ ਦੇ ਕੋਲੋਂ ਆਦਰ ਦਾ ਸਥਾਨ ਪ੍ਰਾਪਤ ਕਰਨਾ। ਪਿਆਰੋ, ਇਸ ਤਰ੍ਹਾਂ ਕਰਨ ਦੇ ਨਾਲ ਪਰਮੇਸ਼ਰ ਆਪ ਦੀ ਜ਼ਿੰਦਗੀ ਨੂੰ ਆਦਰ ਦਾ ਸਥਾਨ ਦੇਵੇ। ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਇਸ ਦੇ ਅਨੁਸਾਰ ਚਲਾ ਰਹੇ ਨੇ, ਪਰਮੇਸ਼ਰ ਉਹਨਾਂ ਨੂੰ ਆਦਰ ਦੇ ਸਥਾਨ, ਭਾਵ ਸਵਰਗ ਦੇ ਉਸ ਸਥਾਨ ਦੇ ਵਿੱਚ ਪਹੁੰਚਣ ਦੇ ਲਈ ਉਹਨਾਂ ਦੀ ਜਿਉਂਦੀ ਆਸ ਵਿੱਚ ਮਦਦ ਕਰੇ। ਸਾਰਿਆਂ ਨੂੰ ਜੈ ਮਸੀਹ ਦੀ ਮਾਰਾ।